ਨਰਿੰਦਰ, ਅੱਜ ਸਾਡਾ ਜਿਹੜਾ ਯੂਨਿਟ ਹੈ ਉਹ ਹੈ ਫਿਫਥ ਕੰਪਰੀਹੈਂਸ਼ਨ ਫਰੋਮ ਸੀਨ ਪੈਸੇजेस। ਹੁਣ ਇਹਦਾ ਕੀ ਮਤਲਬ, ਜਿਹੜੇ ਪੈਸੇजेस ਸਾਨੂੰ ਦਿੱਤੇ ਗਏ ਉਹਨਾਂ ਦਾ ਕੰਪਰੀਹੈਂਸ਼ਨ ਦੇ ਵਿੱਚ ਕੀ ਹੁੰਦਾ ਹੈ, ਇਹਦਾ ਮੀਨਿੰਗ ਕੀ ਹੈ ਕਿ comprehension means the ability to understand, interpret, and respond to the given passage. In exams we have given a paragraph, seen, maybe unseen, and ask question to check your understanding of it. So comprehension ਦਾ ਹੁੰਦਾ ਕੀ ਹੈ, ਮਤਲਬ ਕਿ ਜਿਹੜਾ ਇਹ ਸਾਡੀ ਇਹ ability ਹੁੰਦੀ ਹੈ to understand, to interpret and to respond the given passage। ਸਾਡੇ ਇੱਕ ਪੈਸੇ ਦਿੱਤਾ ਹੁੰਦਾ, ਉਹਨੂੰ ਸਮਝ ਕੇ ਉਹਨੂੰ ਉਹਦੇ ਜਿਹੜੇ ਆਨਸਰ ਹੈ ਅਸੀਂ ਦੇਣੇ ਹੁੰਦੇ, ਜਿਹੜੇ ਵੀ ਕੁਐਸਚਨ ਜਾਂ ਦੇ ਰਿਲੇਟਡ ਦਿੱਤੇ ਹੁੰਦੇ ਆ ਉਹਦੇ ਆਨਸਰ ਸਾਨੂੰ ਦੇਣੇ ਹੁੰਦੇ ਆ, ਠੀਕ ਹੈ ਜੀ। ਇਨ ਸੇਮ ਪੈਸੇਜ ਯੂ ਹੈਵ ਆਲਰੇਡੀ ਸਟੱਡੀਡ ਦ ਪੈਸੇਜ ਇਨ ਯੋਰ ਟੈਕਸਟ ਬੁੱਕ। ਸਾਡੇ ਟੈਕਸਟ ਬੁੱਕ ਵਿੱਚ ਕੁਝ ਪੈਸੇਜ ਸੀਗੇ, ਠੀਕ ਹੈ, ਜੇ ਕਿ ਆਪਾਂ ਬਾਅਦ ਵਿੱਚ ਜਿਹੜਾ ਡਿਸਕਸ ਕਰ ਲੈਂਦੇ ਹਾਂ। ਸੋ therefore the question test, how will you remember the passage, ਤੁਹਾਨੂੰ how well you remember the passage, ਤੁਹਾਨੂੰ ਪੈਸੇਜ ਕਿੰਨੇ ਚੰਗੀ ਤਰ੍ਹਾਂ ਨਾਲ ਯਾਦ ਹੈ, ਤੁਸੀਂ ਉਹਦੇ ਜਿਹੜੇ how well you understand the ideas, ਤੁਸੀਂ ਉਹਦੇ ਆਈਡੀਆਜ਼ ਨੂੰ ਕਿੰਨੀ ਚੰਗੀ ਤਰ੍ਹਾਂ ਸਮਝ ਪਾਏ ਹੋ, ਹੈਨਾ। ਤੇ ਨੈਕਸਟ ਹੈ how correctly you explain the meaning of in your own words। ਜ਼ਰੂਰੀ ਨਹੀਂ ਕਿ ਜਿਹੜੇ ਪੈਸੇਜ ਹੈ ਉਹਦੇ ਜਿਹੜੇ ਲਾਈਨਸ ਹੈ ਉਹਨਾਂ ਵਿੱਚ ਹੀ ਆਨਸਰ ਆਪਾਂ ਦੇਣੇ ਹੈ, ਸਾਨੂੰ ਆਪਣੇ ਹੀ ਜਿਹੜੇ ਵਰਡਸ ਹੈ ਉਹਨਾਂ ਵਿੱਚੋਂ ਜਿਹੜੇ ਆਨਸਰ ਐਕਸਪਲੇਨ ਕਰਨੇ, ਉਹਨਾਂ ਨਾਲ ਐਕਸਪਲੇਨ ਕਰਨੇ ਆਨਸਰ। So purpose of comprehension questions, comprehension exercise aim to test the following skills। ਹੁਣ ਜਿਹੜੇ ਕੁਐਸਚਨਸ ਹੈ, ਹੁਣ ਕੰਪਰੀਹੈਂਸ਼ਨ ਕੁਐਸਚਨਸ ਹੁੰਦੇ ਉਹਨਾਂ ਨੂੰ ਆਨਸਰ ਕਰਨ ਦਾ ਜਿਹੜਾ ਏਮ ਹੁੰਦਾ ਉਹ ਹੁੰਦਾ ਕੀ ਹੈ, ਠੀਕ ਹੈ। ਅੰਡਰਸਟੈਂਡਿੰਗ ਦਾ ਮੇਨ ਆਈਡੀਆ, ਜਿਹੜਾ ਮੇਨ ਆਈਡੀਆ ਹੁੰਦਾ ਉਹਨੂੰ ਸਮਝਣਾ। ਯੂ purpose you should be able to identify the central theme or message of the passage। ਇਹ ਫਸਟ ਪੁਆਇੰਟ ਸਾਨੂੰ ਕੀ ਕਲੈਰੀਫਾਈ ਕਰਾਂਦਾ ਹੈ ਕਿ ਸਾਨੂੰ ਜਿਹੜਾ ਮੇਨ ਆਈਡੀਆ ਹੈ, ਜਿਹੜਾ ਥੀਮ ਹੈ, ਠੀਕ ਹੈ, ਸੈਂਟਰਲ ਥੀਮ ਹੈ ਪੈਸੇਜ ਦਾ, ਉਹ ਸਮਝ ਆ ਜਾਏ, ਉਹਨੂੰ ਅਸੀਂ ਪਛਾਣ ਸਕੀਏ ਕਿ ਉਹ ਕੀ ਹੈ, ਠੀਕ ਹੈ। ਅੰਡਰਸਟੈਂਡਿੰਗ ਦ ਸਪੋਰਟਿੰਗ ਆਈਡੀਆ, you must recognize important facts, examples and explanation used in the passage। ਅਸੀਂ ਕੀ ਰੈਕਗਨਾਈਜ਼ ਕਰਨੇ, ਜਿਹੜੇ ਇੰਪੋਰਟੈਂਟ ਫੈਕਟਸ ਦਿੱਤੇ ਗਏ, ਜਿਹੜੇ ਐਗਜ਼ਾਮਪਲ ਦਿੱਤੇ ਗਏ, ਜਾਂ ਕੋਈ ਵੀ ਅਗਰ ਐਕਸਪਲੇਨੇਸ਼ਨ ਉੱਥੇ ਦਿੱਤੀ ਗਈ ਹੈ ਤੇ ਉਹਨੂੰ ਅਸੀਂ ਪਛਾਣ ਕੇ ਉਦੋਂ ਆਨਸਰ ਕਰਨਾ ਹੈ, ਠੀਕ ਹੈ। ਨੈਕਸਟ ਹੈ ਅੰਡਰਸਟੈਂਡਿੰਗ ਆਫ ਸਪੋਰਟਿੰਗ डिटेल्स, you must recognize important fact, oh sorry, vocabulary skills, you may be asked to find meanings of words, provide synonyms or antonyms। ਕੀ ਹੈ, ਤੁਹਾਨੂੰ ਇਹ ਵੀ ਹੋਣਾ ਚਾਹੀਦਾ ਵੋਕੈਬਲਰੀ ਸਕਿੱਲ ਦੇ ਵਿੱਚ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਵਰਡਸ ਦਾ ਮੀਨਿੰਗ ਪਤਾ ਹੋਣ, ਠੀਕ ਹੈ। ਤੁਹਾਨੂੰ ਸਿਨੋਨਿਮ ਜਾਂ ਐਂਟੋਨਿਮ ਪ੍ਰੋਵਾਈਡ, ਮਤਲਬ ਤੁਹਾਨੂੰ ਉਹ ਵੀ ਪਤਾ ਹੋਣੇ ਚਾਹੀਦੇ, ਜੇ ਕੋਈ ਵਰਡ ਕਿਸੇ ਵਰਡ ਦਾ ਸਿਨੋਨਿਮ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਵੀ ਸਿਨੋਨਿਮ ਦੱਸੋ, ਤੇ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਐਂਟੋਨਿਮ ਵੀ ਪਤਾ ਹੋਣਾ ਚਾਹੀਦਾ ਹੈ। ਉਹ ਸਾਰਾ ਕੁਝ ਪ੍ਰੋਵਾਈਡ ਹੁੰਦਾ ਵੀ ਤਾਂ ਉਹਨੂੰ ਵੀ ਤੁਸੀਂ ਰੈਕਗਨਾਈਜ਼ ਕਰਨਾ ਹੈ। ਯੂਜ਼ context to understand difficult words, see context ਦੇ difficult words ਨੂੰ understand ਕਰਦੇ able ਹੋਣੇ ਚਾਹੀਦੇ। ability to infer, sometimes answer are not directly written, you must read between the lines and understand the implied meaning। ਕਈ ਵਾਰੀ ਜਿਹੜੇ ਆਨਸਰਸ ਆ ਉਹ ਡਾਇਰੈਕਟਲੀ ਨਹੀਂ ਦਿੱਤੇ ਗਏ ਹੁੰਦੇ, ਤਾਂ ਅਸੀਂ ਕੀ ਕਰਨਾ, ਉਹਨਾਂ ਨੂੰ ਪਛਾਣ ਕੇ, ਉਹਨਾਂ ਨੂੰ ਸਮਝ ਕੇ, ਉਹਨਾਂ ਨੂੰ ਆਪਣੇ ਵਰਡਸ ਵਿੱਚ ਆਨਸਰ ਦੇਣਾ ਹੁੰਦਾ ਹੈ। ਸਮਰਾਈਜ਼ਿੰਗ ability, you need to express the idea briefly in your own words। ਹੁਣ ਕਈ ਵਾਰੀ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਿਹੜੇ ਆਨਸਰ ਹੈ ਉਹ ਕਿਉਂਕਿ ਦੇਖੋ ਸੇਮ ਵਰਡਸ ਦੇ ਵਿੱਚ ਜਿਹੜੇ ਸਾਨੂੰ ਚਾਹੀਦੇ ਆ ਉਦਾਂ ਦੇ ਨਹੀਂ ਹੁੰਦੇ, ਠੀਕ ਹੈ ਜੀ। ਡਾਇਰੈਕਟਲੀ ਇਦਾਂ ਕਹਿ ਸਕਦੇ ਹੋ, ਤੁਸੀਂ ਡਾਇਰੈਕਟਲੀ ਆਨਸਰ ਨਹੀਂ ਦਿੱਤੇ ਹੁੰਦੇ ਤਾਂ ਉਹਨਾਂ ਨੂੰ ਸਮਝ ਕੇ ਹੀ ਅਸੀਂ ਆਪਣੇ ਵਰਡਸ ਦੇ ਵਿੱਚ ਉਹਨਾਂ ਨੂੰ ਆਨਸਰ ਦੇਣਾ ਹੁੰਦਾ ਹੈ। ਤੇ ਵਰਡਸ ਵਿੱਚ ਜਦੋਂ ਆਪਣੇ ਆਨਸਰ ਦੇਣਾ ਹੈ ਤੇ ਅਸੀਂ ਕੀ ਕਰਨਾ, ਉਹ ਜਿਹੜੇ ਕੁਐਸਚਨ ਦੇ ਆਨਸਰ ਹੈ ਉਹਨਾਂ ਨੂੰ ਬਰੀਫ ਕਰ ਲੈਣਾ, ਉਹਨਾਂ ਨੂੰ ਛੋਟਾ ਕਰ ਲੈਣਾ, ਇਸ ਤਰੀਕੇ ਨਾਲ ਬਣਾਉਣਾ ਕਿ ਜਿਹੜਾ ਸਾਡਾ ਕੰਟੈਕਸ ਹੈ ਉਹ ਵੀ ਕਲੀਅਰ ਹੋ ਜਾਏ, ਪਲੱਸ ਪੁਆਇੰਟ ਸਾਡਾ ਜਿਹੜਾ ਆਨਸਰ ਹੈ ਉਹ ਵੀ ਅਪਰੋਪਰੀਏਟ ਹੋ। ਹਾਊ ਟੂ ਆਨਸਰ ਸੀਨ ਪੈਸੇजेस ਕੁਐਸਚਨ, ਠੀਕ ਹੈ। ਹੁਣ ਆਨਸਰ ਕਿੱਦਾਂ ਦੇਣੇ ਜਿਹੜੇ ਕੁਛ ਪੈਸੇजेस ਹੈ, ਠੀਕ ਹੈ, ਉਹਨਾਂ ਦੇ ਰੀਡ ਦਾ ਪੈਸੇਜ ਕੇਅਰਫੁਲੀ, ਪਹਿਲਾਂ ਤਾਂ ਪੈਸੇਜ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਹੈ, ਠੀਕ ਹੈ, ਵੀ ਪੈਸੇਜ ਕੀ ਹੈ, ਇਫ ਦਾ ਇਵਨ ਇਫ ਦਾ ਪੈਸੇਜ ਇਜ਼ ਫੈਮਿਲੀਅਰ ਰੀਡ ਇਟ ਫੁਲੀ।
ਸਮਟਾਈਮਸ ਸਮਾਲ ਡਿਟੇਲਸ ਮੈਟਰ। ਕਈ ਵਾਰੀ ਜਿਹੜਾ ਪੈਸੇਜ ਹੈ ਫੈਮਿਲੀ ਜਦੋਂ ਵੀ ਲੱਗੇ ਉਹਨੂੰ ਬਹੁਤ ਹੀ ਧਿਆਨ ਨਾਲ ਪੜ੍ਹੋ, ਤਾਂ ਕਈ ਵਾਰੀ ਇਹ ਹੁੰਦਾ ਕਿ ਜਿਹੜੇ ਸਮਾਲ ਡਿਟੇਲਸ ਹੈ, ਬਹੁਤ ਹੀ ਲਿਟਲ ਬਿਟ ਵਾਲੇ ਵੀ ਡਿਟੇਲਸ ਹੈ, ਉਹ ਬਹੁਤ ਜ਼ਿਆਦਾ ਮੈਟਰ ਕਰਦੇ ਆ। ਅੰਡਰਸਟੈਂਡ ਦਾ ਕੁਐਸਚਨ ਫਾਰਮੈਟ। ਤੁਹਾਨੂੰ ਕੁਐਸਚਨ ਫਾਰਮੈਟ ਦੇ ਬਾਰੇ ਸਮਝਣਾ ਚਾਹੀਦਾ ਹੈ ਕਿ ਜਿਹੜਾ ਕੁਐਸਚਨ ਉਹ ਕਿਸ ਪ੍ਰਕਾਰ ਦੇ ਹੋ ਸਕਦੇ ਜਾਂ ਕਿਸ ਤਰੀਕੇ ਦੇ ਹੋ ਸਕਦੇ ਹੈ। ਐਕਸਪਲੇਨ ਅ ਲਾਈਨ। ਕਈ ਵਾਰੀ ਇੱਕ ਲਾਈਨ ਵਿੱਚ ਹੀ ਆਨਸਰ ਜਿਹੜਾ ਐਕਸਪਲੇਨ ਹੋ ਸਕਦਾ ਹੈ ਕਈ ਕੁਐਸਚਨ ਦਾ, ਉਹ ਤੁਹਾਨੂੰ ਆਈਡੈਂਟੀਫਾਈ ਕਰਨਾ ਹੈ। ਠੀਕ ਹੈ, ਆਈਡੈਂਟੀਫਾਈ ਦਾ ਸਪੀਕਰ। ਡਿਸਕ੍ਰਾਈਬ ਦਾ ਸਿਚੁਏਸ਼ਨ। ਸਿਰਫ ਸਿਚੁਏਸ਼ਨਸ ਨੂੰ ਡਿਸਕ੍ਰਾਈਬ ਕਰਨ ਵਾਲਾ ਹੁੰਦਾ ਹੈ। ਕਈ ਵਾਰੀ ਸਿਚੁਏਸ਼ਨਸ ਦੇ ਨਾਲ ਅਸੀਂ ਜਿਹੜੇ ਸਪੀਕਰ ਆ ਉਹਨਾਂ ਨੂੰ ਵੀ ਕਰ ਦਿੰਦੇ ਹੁੰਦੇ ਆ, ਹੈ ਨਾ। ਤੇ ਜਿੰਨਾ ਕੁਐਸਚਨ ਸਾਤੋਂ ਪੁੱਛਿਆ ਗਿਆ ਅਸੀਂ ਉਹਦਾ ਹੀ ਆਨਸਰ ਕਰਨਾ ਹੈ। give the meaning of words, state the moral or idea conveyed. So next, answer in simple or clear language. Use your own word. Avoid copying long sentences from the passage. ਤੁਸੀਂ ਕੀ ਕਰਨਾ ਹੈ, ਆਨਸਰ ਜਿਹੜਾ ਹੈ ਉਹ ਸਿੰਪਲ ਤੇ ਕਲੀਅਰ ਲੈਂਗੁਏਜ ਵਿੱਚ ਦੇਣਾ ਹੈ, ਯਾਨੀ ਕਿ ਤੁਹਾਡੇ ਓਨ ਵਰਡ ਹੋਣੇ ਚਾਹੀਦੇ ਹੈ। ਤੁਸੀਂ ਸੇਮ ਲੌਂਗ ਸੈਂਟੈਂਸਸ ਨੂੰ ਪੈਸੇਜ ਵਿੱਚੋਂ ਕਾਪੀ ਨਾ ਕਰਦੇ ਹੋਏ ਸ਼ਾਰਟ ਵਰਡ ਵਿੱਚ ਤੁਹਾਡੇ ਓਨ ਵਰਡਸ ਵਿੱਚ ਆਨਸਰ ਦੇਣੇ। ਸਟਿਕ ਟੂ ਦਾ ਪੈਸੇਜ। ਡੂ ਨਾਟ ਇਨਕਲੂਡ ਇਨਫੋਰਮੇਸ਼ਨ ਦੈਟ ਇਜ਼ ਨਾਟ ਗਿਵਨ ਇਨ ਦਾ ਪੈਸੇਜ। ਕੋਈ ਵੀ ਇਹੋ ਜਿਹੀ ਇਨਫੋਰਮੇਸ਼ਨ ਤੁਸੀਂ ਇਨਕਲੂਡ ਨਾ ਕਰੋ ਜਿਹਦੇ ਵਿੱਚ ਜਿਹੜੇ ਕਿ ਪੈਸੇਜ ਵਿੱਚ ਨਹੀਂ ਦਿੱਤੀ ਗਈ ਹੈ। ਰਾਈਟ ਡਾਇਰੈਕਟ ਐਂਡ ਫੋਕਸਡ ਆਨਸਰ। ਕਿਉਂਕਿ ਤੁਸੀਂ ਪੈਸੇ ਜਿਹੜਾ ਸਟਿਕ ਦਾ ਪੈਸੇਜ ਦਾ ਮਤਲਬ ਇਹੀ ਹੈ ਕਿ ਤੁਸੀਂ ਜਿਹੜੇ ਪੈਸੇਜ ਵਿੱਚ ਜਿਹੜਾ ਆਨਸਰ ਦਿੱਤਾ ਗਿਆ, ਜਿਸ ਤਰੀਕੇ ਦਾ ਦਿੱਤਾ ਗਿਆ ਹੈ, ਜਿਹੜੇ ਮੈਨਰ ਵਿੱਚ ਦਿੱਤਾ ਗਿਆ ਹੈ, ਉਸੇ ਮੈਨਰ ਵਿੱਚ ਦੇਣਾ ਹੈ। ਯੂ ਕੈਨ use your own word, but you cannot include that kind of information which is not given in the passage. Maintain proper grammar and spelling। ਤੁਸੀਂ ਕੀ ਕਰਨੇ ਆ, ਗ੍ਰਾਮਰ ਤੇ ਸਪੈਲਿੰਗ, ਜਿਹੜੇ ਕਰੈਕਟ ਯੂਸੇਜ ਆਫ ਗ੍ਰਾਮਰ ਹੈ ਤੇ ਸਪੈਲਿੰਗ ਹੈ, ਉਹਨੂੰ ਕਲੈਰਿਟੀ ਨਾਲ ਕਰਨਾ ਵਾ। ਗਲਤ ਗ੍ਰਾਮੈਟਿਕਲੀ ਇਨਕਰੈਕਟ ਜਾਂ ਇਨਕਰੈਕਟ ਸਪੈਲਿੰਗ ਨਾਲ ਕੋਈ ਵੀ ਸੈਂਟੈਂਸ ਨਹੀਂ ਕਰਨਾ। ਕਾਮਨ ਟਾਈਪ ਆਫ ਕੁਐਸਚਨ ਆਸਕ। ਮੋਸਟਲੀ ਜਿਹੜੇ ਟਾਈਪਸ ਕਿਹੜੇ ਆ, ਜਿਹੜੇ ਕੁਐਸਚਨਸ ਜਿਹੜੇ ਪੁੱਛੇ ਸਾਤੋਂ ਜਾਂਦੇ ਆ, ਠੀਕ ਹੈ, ਜਾਂ ਫਿਰ ਕੋਈ ਵੀ ਪੈਸੇ ਦੇ ਵਿੱਚ ਦਿੱਤੇ ਜਾਂਦੇ, ਦੈਟ ਇਜ਼ ਆਬਜੈਕਟਿਵ ਟਾਈਪ ਕੁਐਸਚਨ। ਆਬਜੈਕਟਿਵ ਟਾਈਪ ਕੁਐਸਚਨ ਵਿੱਚ ਕੀ ਹੁੰਦਾ ਹੈ, ਫਿਲ ਇਨ ਦ ਬਲੈਂਕਸ ਹੋ ਸਕਦਾ ਹੈ, ਮਲਟੀਪਲ ਚੋਇਸ ਹੋ ਸਕਦਾ ਹੈ, ਜਾਂ ਫਿਰ ਟਰੂ ਫॉल्स ਵੀ ਹੋ ਸਕਦਾ ਹੈ। ਸ਼ਾਰਟ ਆਂਸਰ ਕੁਐਸਚਨ। ਸ਼ਾਰਟ ਆਂਸਰ ਕੁਐਸਚਨ ਵਿੱਚ ਹੂ ਇਜ਼ ਸਪੀਕਿੰਗ, what happened next, what does the word that mean, ਇਦਾਂ ਦੇ ਕਿ ਕਿਸੇ ਦਾ ਕੋਈ ਇਦਾਂ ਦਾ ਵਰਡ ਹੈ, ਰਾਈਟ ਦਾ ਮੀਨਿੰਗ ਆਫ ਦਿਸ ਵਰਡ, ਹੈ ਨਾ, ਇਦਾਂ ਦਾ ਕੁਝ ਹੋ ਸਕਦਾ ਹੈ। ਠੀਕ ਹੈ, ਜਦੋਂ ਵੋਕੈਬਲਰੀ ਬੇਸਡ ਕੁਐਸਚਨ ਤਾਂ ਨਹੀਂ ਹੁੰਦਾ। ਠੀਕ ਹੈ, ਸ਼ਾਰਟ ਆਂਸਰ ਕੁਐਸਚਨ ਇਹ ਮਲਟੀਪਲ ਚੋਇਸ ਦੇ ਵਿੱਚ ਵੀ ਕਈ ਵਾਰੀ ਵਾਰ-ਵਾਰ ਰਿਪੀਟ ਹੋ ਸਕਦੇ, ਇਦਾਂ ਦਾ ਕੁਝ ਵੀ ਹੋ ਸਕਦਾ ਹੈ। ਠੀਕ ਹੈ, ਸੋ ਤੁਸੀਂ ਉਸ ਸਿਚੁਏਸ਼ਨ ਵਿੱਚ ਜਿਹੜਾ ਹੈ ਪੈਨਿਕ ਨਹੀਂ ਕਰਨਾ ਹੈ। ਠੀਕ ਹੈ, ਲੌਂਗ ਆਂਸਰ ਕੁਐਸਚਨਸ। ਐਕਸਪਲੇਨ ਦਾ ਮੀਨਿੰਗ ਆਫ ਦਾ ਪੈਰਾਗ੍ਰਾਫ, ਡਿਸਕ੍ਰਾਈਬ ਦਾ ਕੈਰੈਕਟਰ ਫੀਲਿੰਗ, ਰਾਈਟ ਦਾ ਥੀਮ ਆਫ ਪੈਸੇਜ। ਇਹ ਲੌਂਗ ਆਂਸਰਸ ਹੁੰਦੇ ਕਿ ਪੈਰਾਗ੍ਰਾਫ ਦਾ ਮੀਨਿੰਗ ਦੱਸੋ, ਜਿਹੜਾ ਕੈਰੈਕਟਰ ਹੈ ਉਹਦੇ ਫੀਲਿੰਗਸ ਬਾਰੇ ਦੱਸੋ, ਕੈਰੈਕਟਰ ਸਕੈਚ ਕਰੋ, ਹੈ ਨਾ, ਤੇ ਜਿਹੜੇ ਪੈਸੇਜ ਹੈ ਉਹਦੇ ਥੀਮ ਬਾਰੇ ਕਲੈਰੀਫਾਈ ਕਰੋ। ਵੋਕੈਬਲਰੀ ਬੇਸਡ ਵਿੱਚ ਕੀ ਹੁੰਦਾ, ਜਿਹੜੇ ਗ੍ਰਾਮੈਟਿਕਲ ਜਿਹੜੇ ਗ੍ਰਾਮਰ ਪੋਰਸ਼ਨ ਦੇ ਵਿੱਚ ਹੁੰਦੇ। ਠੀਕ ਹੈ, ਇਹਦੇ ਵਿੱਚ ਹੁੰਦਾ ਸਿਨੋਨਿਮ ਜਾਂ ਐਂਟੋਨਿਮ, ਯੂਜ਼ ਵਰਡ ਇਨ ਸੈਂਟੈਂਸ, ਚੂਜ਼ ਕਰੈਕਟ ਮੀਨਿੰਗ। ਠੀਕ ਹੈ ਜੀ, ਤੇ ਵੈਲਿਊ ਔਰ ਮੋਰਲ ਕੁਐਸਚਨਸ। what lesson do we learn from this passage, what what is moral, ਹੈ ਨਾ, ਇਦਾਂ ਦਾ ਕੁਝ। what is writer, what is the right message of the writer, sorry। ਠੀਕ ਹੈ, ਇਦਾਂ ਦਾ। ਸੋ ਟਿਪਸ ਆਫ ਸਕੋਰਿੰਗ ਹਾਈ ਮਾਰਕਸ। ਤੁਸੀਂ ਹਾਈ ਮਾਰਕਸ ਕਿੱਦਾਂ ਸਕੋਰ ਕਰ ਸਕਦੇ ਹੋ, ਰੀਡ ਦਾ ਟੈਕਸਟ ਬੁੱਕ ਪੈਸੇਜ ਰੈਗੂਲਰਲੀ। ਤੁਸੀਂ ਜਿਹੜੇ ਵੀ ਪੈਸੇਜ ਆ ਉਹਨਾਂ ਨੂੰ ਰੈਗੂਲਰਲੀ ਰੀਡ ਕਰਨੇ, ਕਿਸੇ ਵੀ ਟੈਕਸਟ ਬੁੱਕ ਦਾ ਹੋ ਸਕਦਾ ਹੈ। ਅੰਡਰਲਾਈਨ ਦਾ ਇੰਪੋਰਟੈਂਟ ਲਾਈਨਸ ਐਂਡ ਡਿਫੀਕਲਟ ਵਰਡਸ। ਉਹਨਾਂ ਦੇ ਵਿੱਚੋਂ ਜਿਹੜੇ ਲਾਈਨਸ ਹੈ, ਇੰਪੋਰਟੈਂਟ ਲਾਈਨਸ ਹੈ ਜਾਂ ਡਿਫੀਕਲਟ ਵਰਡਸ ਆ, ਉਹਨਾਂ ਨੂੰ ਅੰਡਰਲਾਈਨ ਕਰਨੇ ਆ। ਪ੍ਰੈਕਟਿਸ ਸੋਲਵਿੰਗ ਪ੍ਰੀਵੀਅਸ ਈਅਰ ਕੰਪਰੀਹੈਂਸ਼ਨ ਕੁਐਸਚਨਸ। ਜਿਹੜੇ ਪ੍ਰੀਵੀਅਸ ਈਅਰ ਦੇ ਕੰਪਰੀਹੈਂਸ਼ਨ ਕੁਐਸਚਨਸ ਹੁੰਦੇ ਆ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੰਪਰੂਵ ਵੋਕੈਬਲਰੀ ਬਾਈ ਲਰਨਿੰਗ ਮੀਨਿੰਗ from your chapter. Write neat and to the point answers. Never leave answers incomplete. Always give a full, meaningful sentences. Importance of scene passage comprehension. Help build reading and analytical skills. Strengths vocabulary and grammar. Improves writing ability.
helps understand literature deeply, important scoring part of English exam. So that's it ਇਸ ਤੁਹਾਡੇ ਚੈਪਟਰ ਬਾਰੇ ਸੀਗਾ। ਨਾਓ ਵੀ ਹੈਵ ਵਨ ਪੈਸੇਜ, ਠੀਕ ਹੈ, ਜਿਹਨੂੰ ਆਪਾਂ ਪੜ੍ਹ ਕੇ ਉਹਦੇ ਆਨਸਰਸ ਦੇਣੇ ਆ, ਠੀਕ ਹੈ। ਸੋ ਦੇਖੋ ਹੁਣ ਆਪਾਂ ਜਿਹੜਾ ਪੈਸੇਜ ਪੜ੍ਹਨਾ, ਮੈਂ ਪੜ੍ਹਨ ਜਾ ਰਹੀ ਹਾਂ, ਤੁਸੀਂ ਧਿਆਨ ਨਾਲ ਸੁਣ ਲਿਓ, ਠੀਕ ਹੈ ਜੀ। Social service is the highest form of service of the motherland. This ideal was held by the Indian pioneers such as Raja Ram Mohan Rai, Vivekanand, and Mahatma Gandhi. Mahatma Gandhi equated social service with religious duties. Later, his followers also acted according to the belief of their leader. Mahatma Gandhi was the embodiment of Indian tradition, but perhaps it will be unjust to say so because he was at times greatly influenced by the Western thinkers. Gandhi had faith in all the basic tenets of ancient Indian culture. His sympathy for the downtrodden and aversions of caste were largely influenced by European liberalism in the 19th century, which worked for freedom, progress, dignity of man. Similarly, his faith in nonviolence found its root in the preaching of Jesus Christ, known as the Sermon on the Mount, and the Russian philosopher and man of letters Tolstoy. He stood for women's rights, and here begins. He was influenced by the Western thought and social context. He was not orthodox, but an innovator. The methods recommended for social reforms were slow, but he succeeded in laying stress on such a social order where all are equal, working on the lines of his immediate predecessors. Gandhi diverted people's attention from the hierarchy of caste and creed and gave a new lease of life to Hindu culture. The modern generation of Indians is proud of its ancient culture, but at the same time, the young, intelligent Indians are open culture. India is Indian culture and civilization has been continuous process of synthesis. In the past, also the Indian culture has been affected by various foreign cultures such as European, Mesopotamian, Iranian, Greek, Roman, Turkish, and Arab. With each new influence, it has charged and become rich. Soon, Western ways of going to be assimilated with Indian culture. So, ਇਹਨਾਂ ਕੁ ਅਸੀਂ ਹੁਣ ਤੱਕ ਪੈਸੇਜ ਪੜ੍ਹਿਆ, ਅੱਗੇ ਵੀ ਹੈਗਾ ਆ, ਬਟ ਹੁਣ ਜਿੰਨਾ ਕੁ ਪੈਸੇਜ ਅਸੀਂ ਪੜ੍ਹਿਆ ਉਹਨਾਂ ਚ ਦੇਖਣਾ ਵੀ ਸਾਨੂੰ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਆਨਸਰ ਕਿੱਦਾਂ ਦੇ, ਠੀਕ ਹੈ। ਹਾਊ ਡਿਡ ਦ ਗ੍ਰੇਟ ਇੰਡੀਅਨ ਸੋਸ਼ਲ ਰਿਫਾਰਮ ਡਿਫਾਈਨ ਸੋਸ਼ਲ ਸਰਵਿਸ। ਸੋ ਇਹਦਾ ਜਿਹੜਾ ਹੈਗਾ, ਸੋਸ਼ਲ ਸਰਵਿਸ ਇਜ਼ ਦ ਹਾਈਐਸਟ ਫਾਰਮ ਆਫ ਸਰਵਿਸ ਆਫ ਮਦਰਲੈਂਡ, ਰਾਈਟ। ਹੁਣ ਜਿਹੜਾ ਆਂਸਰ ਸ਼ੁਰੂ ਹੋਇਆ ਹੈ, ਦਿਸ ਆਈਡਲ ਵਾਜ਼ ਹੈਲਡ ਬਾਈ ਇੰਡੀਅਨ ਪਾਇਨੀਅਰ ਸਚ ਐਜ਼ ਰਾਜਾ ਰਾਮ ਮੋਹਨ ਰਾਏ, ਵਿਵੇਕਾਨੰਦ ਐਂਡ Mahatma Gandhi equated social service with religious duty, right? So ਹੁਣ ਸਾਡਾ ਜਿਹੜਾ ਕੁਐਸਚਨ ਸੀਗਾ ਉਹ ਕੀ ਹੈ, ਹਾਊ ਡਿਡ ਗ੍ਰੇਟ ਇੰਡੀਅਨ ਸੋਸ਼ਲ ਰਿਫਾਰਮਰਸ। ਸੋ ਗ੍ਰੇਟ ਇੰਡੀਅਨ ਸੋਸ਼ਲ ਰਿਫਾਰਮਰਸ ਕਿਹੜੇ ਸਨ? ਰਾਜਾ ਰਾਮ ਮੋਹਨ ਰਾਏ, ਮਹਾਤਮਾ ਗਾਂਧੀ। Define social service. Great Indian social reformers, social service to the Indian social reformers was a religious duty. ਜਿਹੜੀ social service ਸੀਗੀ to the Indian social reformers was a, ਉਹ ਕਿਹੜੀ ਸੀਗੀ? ਹਾਊ ਡਿਡ ਦਾ ਆਂਸਰ ਕੀ ਹੈ? ਵਾਜ਼ ਦ ਰਿਲੀਜੀਅਸ ਡਿਊਟੀ। ਤੁਸੀਂ ਏਦਾਂ ਵੀ ਕਰ ਸਕਦੇ ਹੋ ਕਿ ਜੀ ਜਿਹੜੀ ਰਿਲੀਜੀਅਸ the Indian social reformers next है, who is great mother in the essay the heritage of India। ਇਹ ਜਿਹੜਾ ਐਸੇ ਹੈ ਉਹਦਾ ਨੇਮ ਹੈ the heritage of India, ਠੀਕ ਹੈ। who is the great mother in essay, ਇਹਦੇ ਵਿੱਚ ਕੌਣ ਹੈ ਗ੍ਰੇਟ ਮਦਰਲੈਂਡ?
ਮਦਰਲੈਂਡ ਸਾਡੇ ਕਿਹੜੇ ਹੈ? ਸਾਡਾ ਜਿਹੜਾ ਇੰਡੀਆ ਹੈ, ਠੀਕ ਹੈ ਜੀ। So what is false to say that Gandhi was epitome of Hindu tradition? Why it is false to say that? ਇਹ ਕਹਿਣਾ ਕਿਉਂ ਗਲਤ ਹੋਏਗਾ ਕਿ ਜਿਹੜੇ ਗਾਂਧੀ ਜੀ ਹੈ, he was the epitome of Indian tradition because he was influenced by the, देखो, Mahatma Gandhi was the embodiment of Indian tradition because he has believed in Western things. He was greatly, he was at the time greatly influenced by the Western thinkers. ठीक है, so ਇਹਦਾ आंसर ਕੀ बन सकता है कि since Mahatma Gandhi was influenced by the Western ideas, ठीक है, Mahatma Gandhi was greatly influenced by the Western ideas, so it will be wrong to say that he was an epitome of Hindu tradition. How was Gandhi influenced by European 19th century liberalism? ਇਹਦਾ आंसर ਕੀ ਹੋ ਸਕਦਾ ਹੈ कि his sympathy to the for the drowned, his sympathy for the downtrodden and the versions of caste were largely influenced by the European liberalism in 19th century, which worked for freedom, progress, dignity of man. Similarly, his faith in non-violence found its root in preaching of Jesus Christ, known as the Sermon on the Mount, and the Russian philosopher and man of letters टॉलस्टॉय। बट ये बहुत ज्यादा लॉन्ग हो जाएगा, ठीक है, तो ਇਹਦਾ आंसर ਕੀ ਕਰ ਸਕਦੇ ਆ? ਗਾਂਧੀ inculcated in him passionate love of downtrodden and aversion to caste under the influence of European 19th century liberalism. To whom was Gandhi indebted for pacification? ਹੁਣ ਜਿਹੜਾ ਇੱਥੇ ਹੈ Sermon of the Mount, his faith in non-violence through his preaching of Jesus Christ, known as the Sermon on the Mount। ठीक है जी, ये ਦਾ ਆਨਸਰ ਸੀਗਾ, ਬਟ ਇਹਨੂੰ ਆਪਾਂ ਆਪਣੇ ਵਰਡਸ ਕਿਦਾਂ ਲਿਖ ਸਕਦੇ ਹਾਂ? ਗਾਂਧੀ was indebted with Sermon on the Mount and to the Tolstoy of pacifism. What are two extremes disappearing from India? National self-denigration and fanatical cultural chauvinism are gradually disappearing from India. ठीक है, what special feature of Indian culture and civilization has been referred to by the author? Indian culture has the ability to adapt the digest element of different culture. It is performing the most astonishing thing, synthesis and assimilation of western culture। ठीक है, सो इस तरीके ਦੇ ਕੁਐਸਚਨ ਦਿੱਤੇ ਹੁੰਦੇ ਆ ਜਿਹੜੇ ਕਿ ਅਸੀਂ ਪੈਸੇਜ ਵਿੱਚੋਂ ਪੜ੍ਹ ਕੇ ਉਹਦੇ ਆਨਸਰ ਦੇਣੇ ਹੁੰਦੇ ਆ। ਸੋ ਨੈਕਸਟ ਜਿਹੜਾ ਤੁਹਾਡੇ ਪੈਸੇजेस ਤੁਹਾਨੂੰ ਐਜ਼ ਅ ਕੁਐਸਚਨ ਨਰਿੰਦਰ ਸੈਂਡ ਹੋ ਜਾਣਗੇ, ਐਜ਼ ਅ ਐਕਸਰਸਾਈਜ਼ ਤੁਹਾਨੂੰ ਜਿਹੜੇ ਸੋਲਵ ਕਰਨੇ ਤੇ ਇਹਨਾਂ ਦੇ ਆਨਸਰ
ਸੈਂਡ ਕਰਨੀ ਹੈ। ਨਰਿੰਦਰ ਤੁਸੀਂ ਕਰ ਸਕਦੇ ਹੋ ਏਦਾਂ? ਦੇਖ ਲਵੇ। ਓਕੇ ਦੈਨ ਮੈਂ ਤੁਹਾਨੂੰ ਇਹ ਸੈਂਡ ਕਰ ਦੂੰਗੀ, ਤੁਸੀਂ ਇਹਨਾਂ ਦੇ ਆਂਸਰ ਕਰਕੇ ਮੈਨੂੰ ਸੈਂਡ ਕਰ ਦੇਣੇ, ਠੀਕ ਹੈ, ਮੈਸੇਜ ਦੇ ਵਿੱਚ।